ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰਬਾਣੀ ਵਿਚਾਰ ਦੀ ਲੜੀ ਅੱਗੇ ਤੋਰਦੇ ਹਾਂ ਜੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 48 ਤੋਂ ਸ਼ੁਰੂ ਕਰਕੇ 50 ਤੱਕ ਜਾਵਾਂਗੇ ਜੀ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੌਣ ਸੋਏ, ਜਿਤ ਜਪੀਐ ਹਰ ਨਾਉ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇ ਥਾਉ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਕਿ ਉਹ ਗੁਰੂ ਹੀ ਸਾਡੇ ਲਈ ਸ਼ਾਸਤਰ ਆ, ਉਹੀ ਜੋਤਿਸ਼ ਸ਼ਾਸਤਰ ਆ ਜਿਹਦੇ ਰਾਹੀਂ ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ। ਤੇ ਕਹਿੰਦੇ ਪਰਮਾਤਮਾ ਨੇ ਸਾਨੂੰ ਕਹਿੰਦੇ ਕਹਿੰਦੇ ਵੀ ਗੁਰੂ ਨੇ ਹੀ ਸਾਨੂੰ ਪਰਮਾਤਮਾ ਦੇ ਚਰਨ ਕਮਲਾਂ ਦੀ ਜਿਹੜੀ ਪ੍ਰੀਤ ਆ ਉਹਦਾ ਧਨ ਦੇਣਾ। ਗੁਰੂ ਨੇ ਸਾਨੂੰ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਪ੍ਰੀਤ ਦਾ ਧਨ ਦੇਣਾ ਤੇ ਉਹਦੇ ਨਾਲ ਫਿਰ ਕੀ ਹੋਣਾ, ਸਾਨੂੰ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ। ਸਾਚੀ ਪੂੰਜੀ ਸੱਚ ਸੰਜਮੋ, ਆਠ ਪਹਿਰ ਗੁਣ ਗਾਓ। ਕਹਿੰਦੇ ਵੀ ਜਦੋਂ ਅਸੀਂ ਅੱਠੇ ਪਹਿਰ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਉਸ ਸੱਚੇ ਦੇ ਜਿਹੜਾ ਸੰਜਮ ਵਾਲਾ ਹੈ, ਤਾਂ ਸਾਡੀ ਜਿਹੜੀ ਸੱਚੀ ਪੂੰਜੀ ਆ ਉਹਦੇ ਨਾਮ ਦੀ ਇਕੱਠੀ ਹੁੰਦੀ ਜਾਂਦੀ ਆ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵਣ ਜਾਓ। ਕਹਿੰਦੇ ਜਦੋਂ ਸਾਡੇ ਤੇ ਪਰਮਾਤਮਾ ਆਪ ਹੀ ਕਿਰਪਾ ਕਰਦੇ ਨੇ ਤਾਂ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਫਿਰ ਸਾਨੂੰ ਆਤਮਿਕ ਮੌਤ ਨਹੀਂ ਆਉਂਦੀ ਤੇ ਸਾਡਾ ਜਨਮ ਮਰਨ ਦਾ ਚੱਕਰ ਵੀ ਘੱਟ ਹੋ ਜਾਂਦਾ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਿਹਾ, ਸਦਾ ਸਹਾਈ ਸੰਗ ਰਹਾਓ। ਕਹਿੰਦੇ ਹੇ ਮੇਰੇ ਮਨ, ਸਦਾ ਉਸ ਪਰਮਾਤਮਾ ਨੂੰ ਇੱਕ ਤਰ੍ਹਾਂ ਪਿਆਰ, ਇਕਾਗਰ ਚਿੱਤ ਪਿਆਰ ਵਿੱਚ ਹੋ ਕੇ ਉਹਦੀ ਭਗਤੀ ਕਰ। ਕਹਿੰਦੇ ਉਹ ਹਰ ਇੱਕ ਸਰੀਰ ਦੇ ਵਿੱਚ ਵਿਆਪਕ ਹੈ, ਸਮਾਇਆ ਹੋਇਆ ਹੈ ਤੇ ਸਾਡੇ ਹਮੇਸ਼ਾ ਹੀ ਅੰਗ ਸੰਗ ਹੈ ਤੇ ਸਾਡਾ ਸਹਾਇਕ ਹੈ। ਸੁੱਖਾਂ ਕੀ ਮਿਤ ਕਿਆ ਗਣੀ, ਜਾ ਸਿਮਰੀ ਗੋਬਿੰਦ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਕਹਿੰਦੇ ਵੀ ਜਦੋਂ ਮੈਂ ਉਸ ਪਰਮਾਤਮਾ ਨੂੰ ਸਿਮਰਦਾ, ਉਹਦੇ ਗੁਣ ਗਾਉਂਦਾ, ਕਹਿੰਦੇ ਮੇਰੇ ਸੁੱਖਾਂ ਦੀ ਕੀ ਗਿਣਤੀ ਹੋ ਸਕਦੀ ਹੈ ਕਿ ਵੀ ਮੈਨੂੰ ਬੇਅੰਤ ਸੁੱਖ ਮਿਲਦੇ ਨੇ। ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਚੱਖਿਆ, ਉਹ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਏ ਨੇ। ਉਹ ਮਤਲਬ ਤ੍ਰਿਪਤ ਹੋ ਗਏ ਨੇ, ਹੁਣ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ ਹੈਗੀ। ਪਰ ਕਹਿੰਦੇ ਉਹੀ ਇਸ ਰਸ ਨੂੰ ਜਾਣਦੀ ਆ ਜਿੰਦ, ਜਿਹਨੇ ਇਹਨੂੰ ਚੱਖਿਆ, ਇਸ ਰਸ ਨੂੰ, ਜਿਹਨੇ ਇਹਦਾ ਸਵਾਦ ਦੇਖਿਆ, ਇਸ ਪਰਮਾਤਮਾ ਦੇ ਨਾਮ ਰਸ ਦਾ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸਿੰਦ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਕਹਿੰਦੇ ਜਦੋਂ ਆਪਾਂ ਸੰਤਾਂ ਦੀ ਸੰਗਤ ਦੇ ਵਿੱਚ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ ਨਾਂ ਲੈਂਦੇ ਹਾਂ, ਕਹਿੰਦੇ ਉਹ ਸਾਡੇ ਮਨ ਵਿੱਚ ਵਸ ਜਾਂਦਾ, ਜੋ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈਗਾ। ਕਹਿੰਦੇ ਜਿਹਨੇ ਉਸ ਪਰਮਾਤਮਾ ਦੇ ਨਾਮ ਨੂੰ ਸੇਵਿਆ, ਪਰਮਾਤਮਾ ਦੀ ਭਗਤੀ ਕੀਤੀ ਆ, ਕਹਿੰਦੇ ਉਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ। ਔਸਰ ਹਰ ਜਸ ਗੁਣ ਰਮਣ, ਜਿਤ ਕੋਟ ਮਜਨ ਇਸਨਾਨ। ਰਸਨਾ ਉਚਰੈ ਗੁਣਵਤੀ, ਕੋਏ ਨਾ ਪੂਜੈ ਦਾਨ। ਕਹਿੰਦੇ ਉਹ ਸਮਾਂ ਜਦੋਂ ਕਹਿੰਦੇ ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ, ਕਹਿੰਦੇ ਫਿਰ ਉਹ ਸਮਾਂ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਅਸੀਂ ਕਰੋੜਾਂ ਹੀ ਕਹਿੰਦੇ ਕੋਈ
ਇਸ਼ਨਾਨ ਕਰ ਲਏ ਹੁੰਦੇ ਨੇ, ਮਤਲਬ ਜਿਹੜੇ ਇਸ਼ਨਾਨ ਪਾਪ ਉਤਾਰਨ ਵਾਲੇ ਹੁੰਦੇ ਨੇ। ਕਹਿੰਦੇ ਜਿਹੜੀ ਜੀਵ ਕਹਿੰਦੇ ਜਿਹੜੀ ਰਸਨਾ ਉਸ ਪਰਮਾਤਮਾ ਦੇ ਕਹਿੰਦੇ ਗੁਣ ਗਾਉਂਦੀ ਆ, ਕਹਿੰਦੇ ਉਹਨਾਂ ਉਹਦੇ ਬਰਾਬਰ ਦਾ ਕੋਈ ਦਾਨ ਨਹੀਂ ਹੈਗਾ ਵੀ ਇੱਕ ਜਿਹੜੀ ਰਸਨਾ ਉਹਦੇ ਗੁਣ ਗਾਉਂਦੀ ਆ ਉਹ ਹੋਵੇ ਤੇ ਇੱਕ ਦੂਜੇ ਪਾਸੇ ਕੋਈ ਬਹੁਤ ਦਾਨ ਕਰੇ, ਪਰ ਉਹਦੇ ਬਰਾਬਰ ਕੋਈ ਦਾਨ ਪੁੱਜ ਨਹੀਂ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਣੇ ਨੇ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਿਆਲ ਪੁਰਖ ਮਿਹਰਵਾਨ, ਜੀਓ ਪਿੰਡ ਧਨ ਤਿਸ ਦਾ, ਹਉ ਸਦਾ ਸਦਾ ਕੁਰਬਾਨ। ਕਹਿੰਦੇ ਉਹ ਪਰਮਾਤਮਾ ਉਹ ਮਿਹਰਵਾਨ, ਕਹਿੰਦੇ ਉਹ ਆਪਣੀ ਦਇਆ ਕਰਕੇ ਹੀ ਕਹਿੰਦੇ ਸਾਡੇ 'ਤੇ ਦਿਆਲੂ ਹੋ ਕੇ ਸਾਡੇ ਮਨ ਅਤੇ ਤਨ ਵਿੱਚ ਵਸ ਜਾਂਦਾ। ਕਹਿੰਦੇ ਉਹਨੇ ਹੀ ਸਾਨੂੰ ਸਰੀਰ ਦਿੱਤਾ, ਉਹਨੇ ਹੀ ਸਾਨੂੰ ਕਹਿੰਦੇ ਧਨ ਦਿੱਤਾ, ਉਹਨੇ ਹੀ ਸਾਨੂੰ ਕਹਿੰਦੇ ਜਿਹੜੀ ਜਿੰਦ ਆ ਸਾਡੇ ਅੰਦਰ ਜੋ ਵਸ ਰਹੀ ਹੈ, ਜਿਹੜੀ ਸਾਨੂੰ ਜਿੰਦਾ ਰੱਖ ਰਹੀ ਆ ਉਹ ਦਿੱਤੀ ਆ। ਕਹਿੰਦੇ ਮੈਂ ਉਹਦੇ ਤੋਂ ਸਦਾ ਸਦਾ ਕੁਰਬਾਨ ਆ ਉਸ ਪਰਮਾਤਮਾ ਤੋਂ। ਮਿਲਿਆ ਕਦੇ ਨਾ ਵਿਛੜੈ, ਜੋ ਮੇਲਿਆ ਕਰਤਾਰ, ਦਾਸਾਂ ਕੇ ਬੰਧਨ ਕੱਟਿਆ, ਸਾਚੈ ਸਿਰਜਣਹਾਰ। ਕਹਿੰਦੇ ਜਿਸ ਵੀ ਜੀਵ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਨਾ, ਕਹਿੰਦੇ ਫਿਰ ਉਹ ਪਰਮਾਤਮਾ ਨਾਲੋਂ ਵਿਛੜਦਾ ਨਹੀਂ, ਕਿਉਂਕਿ ਪਰਮਾਤਮਾ ਨੇ ਆਪ ਮਿਲਾਇਆ ਅਤੇ ਪਰਮਾਤਮਾ ਨੇ ਉਹਨਾਂ ਜੀਵਾਂ ਦੇ ਉਹਨਾਂ ਦਾਸਾਂ ਦੇ ਕਹਿੰਦੇ ਮਾਇਆ ਦੇ ਬੰਧਨ ਕੱਟ ਦਿੱਤੇ ਉਸ ਸੱਚੇ ਸਿਰਜਣਹਾਰ ਨੇ, ਜਿਹਨੇ ਇਹ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ, ਨਾਨਕ ਤਿਸ ਸਰਨਾਗਤੀ, ਜੇ ਸਗਲ ਘਟਾ ਆਧਾਰ। ਕਹਿੰਦੇ ਉਹ ਪਰਮਾਤਮਾ ਹੀ ਜੋ ਕੋਈ ਭੁੱਲਿਆ ਹੋਇਆ ਸਹੀ ਰਸਤੇ ਤੋਂ ਉਹਨੂੰ ਸਿੱਧੇ ਰਸਤੇ 'ਤੇ ਲਿਆਉਣ ਵਾਲਾ ਵੀ ਉਹ ਪਰਮਾਤਮਾ ਹੀ ਆ। ਅਤੇ ਪਰਮਾਤਮਾ ਫਿਰ ਸਾਡੇ ਗੁਣ ਔਗਣ ਨਹੀਂ ਵਿਚਾਰਦਾ, ਜਦੋਂ ਉਹ ਦਇਆ ਦੇ ਘਰ ਦੇ ਵਿੱਚ ਆਉਂਦਾ ਫਿਰ ਸਾਨੂੰ ਉਹ ਸਿੱਧੇ ਰਸਤੇ 'ਤੇ ਪਾ ਦਿੰਦਾ, ਸਾਡੀ ਵਿਕਾਰਾਂ ਤੋਂ ਖਲਾਸੀ ਕਰਵਾ ਦਿੰਦਾ। ਨਾਨਕ ਜੀ ਕਹਿੰਦੇ ਨਾਨਕ ਤੇ ਸਰਨਾਗਤੀ, ਕਹਿੰਦੇ ਅਸੀਂ ਉਸ ਪਰਮਾਤਮਾ ਦੀ ਸ਼ਰਨ ਪੈਂਦੇ ਹਾਂ ਜੋ ਹਰ ਇੱਕ ਸਰੀਰ ਨੂੰ ਹਰ ਇੱਕ ਜੀਵ ਨੂੰ ਆਪਣਾ ਸਹਾਰਾ ਦੇ ਰਿਹਾ, ਸਾਰੇ ਜੀਵਾਂ ਨੂੰ ਆਪਣਾ ਸਹਾਰਾ ਦੇ ਰਿਹਾ। ਵਾਹਿਗੁਰੂ ਵਾਹਿਗੁਰੂ। ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰਿਐ, ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨਾ ਕੋਏ। ਕਹਿੰਦੇ ਹੇ ਮੇਰੀ ਰਸਨਾ ਤੂੰ ਉਸ ਸੱਚੇ ਨੂੰ ਸਿਮਰਦੀ ਰਹਿ, ਉਹਦੀ ਸਿਫਤ ਸਲਾਹ ਕਰਦੀ ਰਹਿ, ਫਿਰ ਤੇਰਾ ਮਨ ਵੀ ਅਤੇ ਤੇਰਾ ਤਨ ਵੀ ਨਿਰਮਲ ਹੋਇਆ ਰਹੂਗਾ। ਕਹਿੰਦੇ ਜਿਹੜੇ ਮਾਤਾ ਪਿਤਾ ਹੋਰ ਬਹੁਤੇ ਜਿਹੜੇ ਸਾਡੇ ਸਾਕ ਸੰਬੰਧੀ ਨੇ, ਕਹਿੰਦੇ ਵੀ ਇਹ ਸਾਡੇ ਕੋਈ ਕੰਮ ਆਉਣ ਵਾਲੇ ਨਹੀਂ ਗੇ ਅੰਤ ਵਿੱਚ, ਸਿਰਫ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ। ਮਿਹਰ ਕਰੇ ਜੇ ਆਪਣੀ, ਚਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਜਿਚਰ ਸਾਸ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ। ਰਹਾਓ। ਕਹਿੰਦੇ ਵੀ ਜੇ ਇਹ ਪਰਮਾਤਮਾ ਜੇ ਤੂੰ ਆਪਣੀ ਮਿਹਰ ਕਰੇ, ਕਹਿੰਦੇ ਤੂੰ ਮੈਨੂੰ ਇੱਕ ਕਹਿੰਦੇ ਚਸੇ ਲਈ ਵੀ ਨਾ ਵਿਸਰੇ, ਇੱਕ ਕਹਿੰਦੇ ਅੱਖ ਫਰਕਣ ਜਿੰਨੇ ਟਾਈਮ ਲਈ ਵੀ ਨਾ ਕਹਿੰਦੇ ਤੂੰ ਮੈਨੂੰ ਵਿਸਰੇ। ਇਹ ਪਰਮਾਤਮਾ ਮਿਹਰ ਕਰੇ ਜੇ, ਕਹਿੰਦੇ ਹੇ ਮੇਰੇ ਮਨ ਉਸ ਸੱਚੇ ਦਾ ਕਹਿੰਦੇ ਨਾਂ ਲੈਂਦਾ ਰਹਿ ਜਦ ਤੱਕ ਤੇਰੇ ਅੰਦਰ ਸਾਸ ਆ, ਜਦੋਂ ਤੱਕ ਤੇਰੀ ਸਾਹ ਚੱਲਦੀ ਆ ਨਾ, ਬਸ ਉਹਦਾ ਨਾਂ ਲੈਂਦਾ ਰਹਿ। ਉਹਦੇ ਤੋਂ ਬਿਨਾਂ ਜਿਹੜੇ ਸਭ ਕੁਛ ਆ ਸਭ ਝੂਠਾ, ਔਰ ਅੰਤ ਨੂੰ ਸਭ ਕੁਛ ਖਤਮ ਹੋਣਾ, ਇੱਕ ਉਸ ਪਰਮਾਤਮਾ ਨੇ ਰਹਿਣਾ। ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਣ ਨਾ ਜਾਏ, ਮੇਰੇ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੈ ਮਾਏ। ਚਾਰੇ ਕੁੰਡਾਂ ਭਾਲੀਆਂ, ਸਹਿ ਬਿਨ ਅਵਰ ਨਾ ਜਾਏ। ਕਹਿੰਦੇ ਮੇਰਾ ਪਰਮਾਤਮਾ ਸਾਹਿਬ ਮੇਰਾ ਨਿਰਮਲਾ, ਕਹਿੰਦੇ ਉਹ ਹਮੇਸ਼ਾ ਪਵਿੱਤਰ ਆ, ਉਹਦੇ ਤੋਂ ਬਿਨਾਂ ਕਹਿੰਦੇ ਮੇਰੇ ਤੋਂ ਜੀਆ ਨਹੀਂ ਜਾਂਦਾ, ਉਹਨੂੰ ਯਾਦ ਕਰਨ ਤੋਂ ਬਿਨਾਂ। ਕਹਿੰਦੇ ਮੇਰਾ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੇ ਮਾਏ। ਹੇ ਮੇਰੀ ਮਾਂ, ਮੇਰੇ ਮਨ ਨੂੰ ਅਤੇ ਮੇਰੇ ਤਨ ਨੂੰ ਉਸ ਪਰਮਾਤਮਾ ਨੂੰ ਮਿਲਣ ਦੀ ਬਹੁਤ ਤਾਂਘ ਲੱਗੀ ਆ। ਕੋਈ ਗੁਰਮੁਖ
ਕੋਈ ਗੁਰੂ ਆ ਕੇ ਮੈਨੂੰ ਉਸ ਪਰਮਾਤਮਾ ਨੂੰ ਮਿਲਾ ਦੇਵੇ। ਕਹਿੰਦੇ ਮੈਂ ਚਾਰੇ ਕੁੰਡਾਂ ਸਾਰੇ ਜਹਾਨ ਦੇ ਵਿੱਚ ਚੌਹੀਂ ਪਾਸੇ ਮੈਂ ਕਹਿੰਦੇ ਖੋਜ ਦੇਖ ਲਿਆ, ਉਸ ਪਰਮਾਤਮਾ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਕਹਿੰਦੇ ਜਗ੍ਹਾ ਨਹੀਂ ਜਿੱਥੇ ਮੈਂ ਜਾ ਸਕਾਂ, ਜਿੱਥੋਂ ਮੈਨੂੰ ਸਹਾਰਾ ਮਿਲ ਸਕੇ। ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾਲਾਹੀਐ ਅੰਤ ਨ ਪਾਰਾਵਾਰ। ਕਹਿੰਦੇ ਮੈਂ ਉਸ ਗੁਰੂ ਅੱਗੇ ਅਰਦਾਸ ਕਰਦਾ ਜੋ ਮੈਨੂੰ ਉਸ ਪਰਮਾਤਮਾ ਨੂੰ ਮੇਲਣ ਦੀ ਸਮਰੱਥਾ ਰੱਖਦਾ, ਉਸ ਕਰਤਾਰ ਨੂੰ। ਕਹਿੰਦੇ ਸਤਿਗੁਰ ਦਾ ਜਿਹੜਾ ਸਤਿਗੁਰ ਹੈ ਨਾ, ਉਹ ਨਾਮ ਦੇਣ ਵਾਲਾ ਪੂਰਾ ਦਾਤਾ, ਉਹਦੇ ਕੋਲ ਕਹਿੰਦੇ ਅਮੁੱਕ ਭੰਡਾਰੇ ਨੇ ਪਰਮਾਤਮਾ ਦੇ ਨਾਮ ਦਾ ਦਾਨ ਸਾਨੂੰ ਦੇਣ ਲਈ। ਕਹਿੰਦੇ ਉਸ ਗੁਰੂ ਦੀ ਵੀ ਕਹਿੰਦੇ ਅਸੀਂ ਸਲਾਹਨਾ ਕਰੀਏ ਜੋ ਸਾਨੂੰ ਨਾਮ ਦਾ ਭੰਡਾਰਾ ਦਿੰਦਾ, ਅਤੇ ਉਸ ਪਰਮਾਤਮਾ ਦੀ ਵੀ ਅਸੀਂ ਕੀਰਤੀ ਕਰੀਏ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀਐ ਏਹਾ ਮਤ ਵਿਸੇਖ, ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਕਹਿੰਦੇ ਉਸ ਪਰਵਰਦਗਾਰ ਨੂੰ, ਉਸ ਪਾਲਣ ਵਾਲੇ ਦੀ ਕਹਿੰਦੇ ਅਸੀਂ ਕੀਰਤੀ ਕਰੀਏ ਜਿਹਦੇ ਕਹਿੰਦੇ ਅਨੇਕਾਂ ਹੀ ਕੌਤਕ ਨੇ, ਅਸਚਰਜ ਕਰਨ ਵਾਲੇ। ਕਹਿੰਦੇ ਇਹੀ ਸਾਡੀ ਮੱਤ ਚੰਗੀ ਗਿਣੀ ਜਾਂਦੀ ਆ ਵੀ ਜੇ ਅਸੀਂ ਸਦਾ ਹੀ ਹਮੇਸ਼ਾ ਹੀ ਉਸ ਪਰਮਾਤਮਾ ਦੀ ਆਰਾਧਨਾ ਕਰਦੇ ਰਹੀਏ ਤਾਂ ਹੀ ਸਾਡੀ ਮੱਤ ਚੰਗੀ ਆ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਕਹਿੰਦੇ ਇਹ ਨਾਨਕ ਜਿਹਦੇ ਮੱਥੇ ਦੇ ਉੱਪਰ ਚੰਗੇ ਲੇਖ ਲਿਖੇ ਹੋਏ ਨੇ, ਉਹਦੇ ਹੀ ਮਨ ਨੂੰ ਅਤੇ ਤਨ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸਮਾਲ, ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ। ਕਹਿੰਦੇ ਹੇ ਸੰਤ ਜਨੋ, ਸਤ ਸੰਗਤ ਦੇ ਵਿੱਚ ਸਾਰੇ ਭਾਈ ਜਨ ਇਕੱਠੇ ਹੋ ਕੇ ਉਸ ਸੱਚੇ ਪਰਮਾਤਮਾ ਦਾ ਨਾਮ ਜਪੋ ਅਤੇ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੋ। ਕਹਿੰਦੇ ਇਹ ਜਿਹੜਾ ਪਰਮਾਤਮਾ ਦਾ ਨਾਂ ਜਪਣਾ, ਕਹਿੰਦੇ ਇਹ ਤੁਹਾਡੇ ਲਈ ਰਾਹਦਾਰੀ ਆ, ਆਪਣੇ ਨਾਲ ਇਕੱਠਾ ਖਰਚ ਕਰਨ ਲਈ ਤੁਸੀਂ ਧਨ ਬਣ ਰਹੇ ਹੋ। ਕਹਿੰਦੇ ਜਿਹੜਾ ਇੱਥੇ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਾਡੇ ਕੰਮ ਆਉਂਦਾ, ਇਹ ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕੀਤਾ ਹੋਇਆ। ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਿਆਲ। ਕਹਿੰਦੇ ਇਹ ਜਿਹੜਾ ਨਾਮ ਧਨ ਆ ਪਰਮਾਤਮਾ ਦੇ ਨਾਮ ਦਾ, ਕਹਿੰਦੇ ਜਦੋਂ ਗੁਰੂ ਸਾਡੇ 'ਤੇ ਕਿਰਪਾ ਕਰਦਾ ਆਪਣੀ, ਫੇਰ ਹੀ ਅਸੀਂ ਇਹ ਨਾਮ ਧਨ ਪਾਉਂਦੇ ਹਾਂ। ਅਤੇ ਕਹਿੰਦੇ ਜਦੋਂ ਪਰਮਾਤਮਾ ਸਾਡੇ 'ਤੇ ਕਿਰਪਾ ਕਰਦਾ, ਉਹਦੇ ਦਿਆਲ ਹੋਣ ਦੇ ਨਾਲ ਸਾਨੂੰ ਗੁਰੂ ਦਾ ਮਿਲਾਪ ਹੁੰਦਾ। ਫਿਰ ਗੁਰੂ ਨਾਮ ਧਨ ਇਕੱਠਾ ਕਰਨ ਦੀ ਸਾਨੂੰ ਉਪਦੇਸ਼ ਦਿੰਦੇ ਨੇ, ਸਾਨੂੰ ਮਦਦ ਕਰਦੇ ਨੇ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ। ਕਹਿੰਦੇ ਇਹ ਮੇਰੇ ਮਨ, ਗੁਰੂ ਜਿੱਡਾ ਸਮਰੱਥ ਕੋਈ ਨਹੀਂ ਹੈ ਜਿਹਦੇ ਕੋਲ ਨਾਮਦਾਨ ਆ। ਦੂਜਾ ਥਾਉ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ ਰਹਾਓ। ਕਹਿੰਦੇ ਗੁਰੂ ਤੋਂ ਬਿਨਾਂ ਮੈਨੂੰ ਹੋਰ ਕੋਈ ਦੂਜਾ ਸਹਾਰਾ ਨਹੀਂ ਮਿਲ ਦਿਸਦਾ ਜਿਹੜਾ ਉਸ ਸੱਚੇ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਸਕੇ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਕਹਿੰਦੇ ਜਿਹਨੇ ਗੁਰੂ ਦੇ ਦਰਸ਼ਨ ਕਰ ਲਏ ਉਹਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਨੇ। ਗੁਰ ਚਰਣੀ ਜਿਨ ਮਨ ਲੱਗਾ ਸੇ ਵਡਭਾਗੀ ਮਾਏ। ਹੇ ਮੇਰੀ ਮਾਂ, ਕਹਿੰਦੇ ਜਿਹਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਭਿੱਜ ਗਿਆ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ। ਕਹਿੰਦੇ ਉਹ ਗੁਰੂ ਸਮਰੱਥ ਦਾਤਾ ਹੈ। ਕਿਸ ਚੀਜ਼ ਦਾ? ਨਾਮਦਾਨ ਦੇਣ ਵਾਲਾ। ਕਿਹਦਾ ਨਾਮਦਾਨ ਦੇਣ ਵਾਲਾ? ਉਹ ਪਰਮੇਸ਼ਰ ਜਿਹੜਾ ਸਾਰੀ ਜਗ੍ਹਾ 'ਤੇ ਸਮਾਇਆ ਹੋਇਆ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਕਹਿੰਦੇ ਗੁਰੂ ਉਸ ਪਰਮਾਤਮਾ ਦਾ ਹੀ ਸਰੂਪ ਆ
ਜੋ ਸਾਨੂੰ ਡੁੱਬਦਿਆਂ ਨੂੰ ਇਸ ਜਗਤ ਤੋਂ ਤਰਾ ਦਿੰਦਾ ਹੈ। ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ। ਕਹਿੰਦੇ ਉਹ ਗੁਰੂ ਜੋ ਕਰਨ ਕਾਰਨ ਸਮਰੱਥ ਹੈ, ਉਹਨੂੰ ਕਿਸ ਤਰ੍ਹਾਂ ਕਹਿੰਦੇ ਮੈਂ ਉਹਦੀ ਸਲਾਹਨਾ ਕਰਾਂ। ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ। ਕਹਿੰਦੇ ਉਹ ਵਡਭਾਗੀ ਮੱਥੇ ਨੇ, ਉਹ ਮਤਲਬ ਅਟੱਲ ਹੋ ਜਾਂਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਨੇ ਆਪਣਾ ਹੱਥ ਰੱਖਿਆ ਮਿਹਰ ਕਰਕੇ, ਕਿਉਂਕਿ ਨਾਮ ਦਾਨ ਦੇਣ ਦਾ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਕਹਿੰਦੇ ਕਿਉਂਕਿ ਗੁਰੂ ਸਾਨੂੰ ਉਹ ਅੰਮ੍ਰਿਤ ਪਿਲਾ ਦਿੰਦਾ, ਉਹ ਨਾਮ ਅੰਮ੍ਰਿਤ ਪਿਲਾ ਦਿੰਦਾ ਜਿਹਦੇ ਤੋਂ ਸਾਨੂੰ ਜਨਮ ਮਰਨ ਦਾ ਛੁਟਕਾਰਾ ਮਿਲ ਜਾਂਦਾ, ਜਨਮ ਮਰਨ ਦਾ ਚੱਕਰ ਨਹੀਂ ਪੈਂਦਾ। ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲੱਥ। ਕਹਿੰਦੇ ਉਹ ਗੁਰੂ ਜੋ ਪਰਮੇਸ਼ਰ ਦਾ ਰੂਪ ਆ, ਉਹਦੀ ਕਹਿੰਦੇ ਸੇਵਾ ਕੀਤੀ ਤੇ ਫਿਰ ਕਹਿੰਦੇ ਸਾਡੇ ਜਿਹੜੇ ਸਾਰੇ ਭੈ ਡਰ ਖਤਮ ਹੋ ਗਏ, ਸਾਡੇ ਸਾਰੇ ਦੁੱਖ ਖਤਮ ਹੋ ਗਏ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ। ਕਹਿੰਦੇ ਜੋ ਸਤਿਗੁਰ ਆ ਨਾ, ਕਹਿੰਦੇ ਉਹ ਬੜਾ ਡੂੰਘਾ ਹੈ, ਉਹ ਕਹਿੰਦੇ ਬੜਾ ਗਹਿਰਾ ਹੈ, ਉਹ ਸੁੱਖਾਂ ਦਾ ਸਾਗਰ ਆ ਤੇ ਸਾਡੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ। ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨ ਲਾਗੈ ਡੰਡ। ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਆ, ਉਹਨਾਂ ਨੂੰ ਫਿਰ ਜਮਦੂਤ ਦੇ ਡੰਡੇ ਦਾ ਡਰ ਨਹੀਂ ਲੱਗਦਾ। ਉਹ ਇਸ ਤਰ੍ਹਾਂ ਕਿ ਗੁਰੂ ਨੇ ਸਾਨੂੰ ਨਾਮਦਾਨ ਦਿੱਤਾ, ਫਿਰ ਅਸੀਂ ਨਾਮਦਾਨ ਦੀ ਕਮਾਈ ਕੀਤੀ ਤਾਂ ਫਿਰ ਸਾਡੇ ਸਾਰੇ ਪਾਪ ਕੱਟ ਹੋ ਗਏ। ਜਦੋਂ ਪਾਪ ਕੱਟ ਹੋਏ ਫਿਰ ਜਮਦੂਤ ਦਾ ਤਾਂ ਡਰ ਰਿਹਾ ਹੀ ਨਹੀਂ। ਗੁਰ ਨਾਲ ਤੁਲਨ ਨ ਲੱਗਈ ਖੋਜ ਡਿੱਠਾ ਬ੍ਰਹਮੰਡ। ਕਹਿੰਦੇ ਮੈਂ ਸਾਰੇ ਜਗਤ ਦੇ ਵਿੱਚ ਖੋਜ ਕੇ ਦੇਖਿਆ ਕਿ ਗੁਰੂ ਦੇ ਬਰਾਬਰ ਕੋਈ ਨਹੀਂ ਹੈ, ਗੁਰੂ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ। ਫਿਰ ਕਿਉਂ ਕਹਿੰਦੇ ਨੇ ਕਿ ਵੀ ਮੈਂ ਸਾਰੇ ਸੰਸਾਰ ਵਿੱਚ ਦੇਖਿਆ ਤੇ ਗੁਰੂ ਦੇ ਬਰਾਬਰ ਦਾ ਕੋਈ ਨਹੀਂ। ਕਿਉਂ? ਕਿਉਂਕਿ ਨਾਮ ਨਿਧਾਨ ਸਤਿਗੁਰ ਦੀਆ, ਕਿਉਂਕਿ ਗੁਰੂ ਨੇ ਨਾਮ ਦਾ ਖਜ਼ਾਨਾ ਦਿੱਤਾ। ਉਸ ਨਾਮ ਦੇ ਖਜ਼ਾਨੇ ਨਾਲ ਕੀ ਹੋਇਆ? ਕਹਿੰਦੇ ਹੇ ਨਾਨਕ, ਫਿਰ ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਮਿਲ ਜਾਂਦਾ, ਉਹ ਆਤਮਿਕ ਆਨੰਦ ਨੂੰ ਆਪਣੇ ਹਿਰਦੇ ਅੰਦਰ ਹਮੇਸ਼ਾ ਲਈ ਪਰੋ ਕੇ ਰੱਖਦੇ ਨੇ, ਉਹਨਾਂ ਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ। ਹਾਂਜੀ ਸੰਗਤ ਜੀ, ਆਪਾਂ 2 ਮਿੰਟ ਇੱਕ ਹੋਰ ਵਿਚਾਰ ਕਰਦੇ ਹਾਂ, ਮਨ ਦੇ ਵਿੱਚ ਆਈ ਸੀ ਕਿ ਸੰਗਤ ਵਿੱਚ ਸਾਂਝੀ ਕਰੀਏ। ਉਹ ਇਹ ਵਿਚਾਰ ਸੀ ਸੰਗਤ ਜੀ ਕਿ ਦੁੱਖ ਸੁੱਖ ਸਾਨੂੰ ਸਾਰਿਆਂ ਨੂੰ ਵਿਆਪਦੇ ਨੇ, ਹੈ ਨਾ। ਇਸ ਕਰਕੇ ਗੁਰਬਾਣੀ ਵਿੱਚ ਆਉਂਦਾ ਨਾ ਕਿ ਦੁੱਖ ਸੁੱਖ ਇੱਕ ਜਿੱਦਾਂ ਕੱਪੜਿਆਂ ਵਾਂਗ ਨੇ। ਜਿਸ ਤਰ੍ਹਾਂ ਅਸੀਂ ਕੱਪੜੇ ਪਹਿਨਦੇ ਹਾਂ ਨਾ, ਇਸ ਤਰ੍ਹਾਂ ਹੀ ਦੁੱਖ ਸੁੱਖ ਸਾਡੇ ਜਿੱਦਾਂ ਜ਼ਿੰਦਗੀ ਦੇ ਜਿੱਦਾਂ 2 ਪਹਿਲੂ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਟਾਈਮ 'ਤੇ ਗੁਜ਼ਰਨਾ ਪੈਂਦਾ। ਅਤੇ ਇਸੇ ਕਰਕੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਨਾ ਕਿ ਨਾਨਕ ਦੁਖੀਆ ਸਭ ਸੰਸਾਰ। ਅਤੇ ਫਿਰ ਫਰੀਦ ਜੀ ਨੇ ਵੀ ਕਿਹਾ ਨਾ ਕਿ ਵੀ ਮੈਂ ਸੋਚਿਆ ਕਿ ਸਿਰਫ ਮੈਨੂੰ ਹੀ ਦੁੱਖ ਹੈਗਾ, ਪਰ ਦੁੱਖ ਤਾਂ ਸਾਰੇ ਪਾਸੇ ਹੀ ਹੈ। ਮੈਂ ਕੋਠੇ 'ਤੇ ਚੜ੍ਹ ਕੇ ਦੇਖਿਆ ਵੀ ਘਰ ਘਰ ਦੁੱਖ ਦੀ ਅੱਗ ਲੱਗੀ ਹੋਈ ਹੈ ਨਾ। ਹਰ ਕੋਈ ਜੀਵ ਦੁਖੀ ਆ, ਕੋਈ ਕਿਸੇ ਚੀਜ਼ ਤੋਂ, ਕੋਈ ਕਿਸੇ ਦੁੱਖ ਤੋਂ, ਹੈ ਨਾ। ਪਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਜਿਸ ਤਰ੍ਹਾਂ ਹੁਣ ਆਪਾਂ ਗੁਰਬਾਣੀ 'ਚ ਸਾਰੇ ਪੜ੍ਹਦੇ ਆਉਂਦੇ ਹਾਂ, ਦੇਖਦੇ ਹਾਂ, ਵਿਚਾਰਦੇ ਹਾਂ ਕਿ ਜਗ੍ਹਾ ਜਗ੍ਹਾ 'ਤੇ ਪਾਤਸ਼ਾਹ ਨੇ ਲਿਖਿਆ ਕਿ ਆਪਾਂ ਉਹਦਾ ਨਾਮ ਜਪੀਏ, ਉਹਦਾ ਨਾਮ ਜਪੀਏ। ਜਦੋਂ ਆਪਾਂ ਉਹਦਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਦੁੱਖ ਦਰਦ ਘਟਣੇ ਸ਼ੁਰੂ ਹੋ ਜਾਂਦੇ ਨੇ। ਉਹ ਇਸ ਤਰ੍ਹਾਂ ਕਿ ਸਾਨੂੰ ਪਰਮਾਤਮਾ ਉਹਨਾਂ ਨੂੰ ਸਹਿਣ ਦੀ ਸਮਰੱਥਾ ਦੇਈ ਜਾਂਦੇ ਨੇ। ਉਹਦਾ ਨਾਮ ਜਪਣ ਦੇ ਬਹੁਤ ਹੀ ਜ਼ਿਆਦਾ ਲਾਭ ਨੇ, ਔਰ ਇਹ ਹੌਲੀ 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 ਮਨ ਦੇ ਵਿੱਚ ਘਰ ਕਰਨਾ ਸ਼ੁਰੂ ਕਰਦਾ ਪਰਮਾਤਮਾ ਦਾ ਨਾਮ। ਅਤੇ ਫਿਰ ਹੌਲੀ ਹੌਲੀ ਸਾਡੇ ਜਿਹੜੇ ਦੁੱਖ ਨੇ ਉਹ ਘਟਣੇ ਸ਼ੁਰੂ ਹੁੰਦੇ ਨੇ। ਇਸ ਤਰ੍ਹਾਂ ਵੀ ਹੈ ਸੰਗਤ ਜੀ ਕਿ ਸਾਨੂੰ ਜਦੋਂ ਅਸੀਂ ਗੁਰਬਾਣੀ ਦੀਆਂ ਤੁਕਾਂ ਪੜ੍ਹਦੇ ਹਾਂ, ਵਿਚਾਰਦੇ ਹਾਂ,
ਸਾਨੂੰ ਹੌਲੀ ਹੌਲੀ ਗੌਰ ਦੇ ਨਾਲ ਮਤਲਬ ਉਹਨਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਢਾਲਣ ਦਾ ਕਹਿ ਲਓ ਕਿ ਸਮਰੱਥਾ ਮਿਲਦੀ ਜਾਂਦੀ ਆ ਜਦੋਂ ਅਸੀਂ ਨਾਮ ਦਾ ਜਾਪ ਕਰਦੇ ਹਾਂ, ਵਾਹਿਗੁਰੂ ਦਾ ਨਾਮ ਜਪਦੇ ਹਾਂ। ਅਤੇ ਕਈ ਦਫਾ ਅਸੀਂ ਜਦੋਂ ਸਾਨੂੰ ਕੋਈ ਦੁੱਖ ਹੁੰਦਾ ਨਾ, ਅਸੀਂ ਕਿਸੇ ਹੋਰ 'ਤੇ ਉਹਦਾ ਦੋਸ਼ ਲਾਉਂਦੇ ਹਾਂ ਕਿ ਸ਼ਾਇਦ ਵੀ ਉਹਦੇ ਕਰਕੇ ਮੈਨੂੰ ਇਹ ਦੁੱਖ ਮਿਲ ਰਿਹਾ ਹੈ ਨਾ। ਪਰ ਜਿੱਦਾਂ ਆਪਾਂ ਗੁਰਬਾਣੀ 'ਚ ਤੁਕ ਆਉਂਦੀ ਹੈ ਨਾ ਕਿ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆਂ, ਅਤੇ ਇਹਦੇ ਹਿਸਾਬ ਨਾਲ ਜਿੱਦਾਂ ਕਿ ਜਦੋਂ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ, ਪਾਤਸ਼ਾਹ ਕਹਿੰਦੇ ਨੇ ਵੀ ਸਾਡਾ ਆਪਣਾ ਹੀ ਦੋਸ਼ ਆ, ਵੀ ਸਾਡੇ ਜਿਹੜੇ ਇਹ ਕਰਮ ਸੀ ਸਾਡੇ ਪਹਿਲੇ, ਉਹਨਾਂ ਦੇ ਕਰਕੇ ਸਾਨੂੰ ਇਹ ਦੁੱਖ ਮਿਲ ਰਿਹਾ ਹੈ ਨਾ। ਵੀ ਜੋ ਅਸੀਂ ਬੀਜਿਆ ਸੀ ਉਹ ਅਸੀਂ ਕੱਟਿਆ। ਫਿਰ ਅਸੀਂ ਕਿਸੇ ਨੂੰ ਆਪਣੇ ਦੁੱਖਾਂ ਲਈ ਜਾਂ ਆਪਣੇ ਕਿਸੇ ਮਾੜੇ ਹੋਏ ਲਈ ਕਿਸੇ ਨੂੰ ਅਸੀਂ ਦੋਸ਼ੀ ਨਹੀਂ ਠਹਿਰਾ ਸਕਦੇ। ਅਤੇ ਉਹਦੇ ਨਾਲ ਫਿਰ ਇਹ ਹੁੰਦਾ ਕਿ ਹੌਲੀ ਹੌਲੀ ਸਾਡੇ ਮਨ ਦੇ ਵਿੱਚੋਂ, ਜੇ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਕਿ ਇਹਨੇ ਮੇਰੇ ਨਾਲ ਇਹ ਕੀਤਾ ਤਾਂ ਮੇਰੇ ਨਾਲ ਇੱਦਾਂ ਹੋਇਆ, ਫਿਰ ਹੌਲੀ ਹੌਲੀ ਉਸ ਇਨਸਾਨ ਪ੍ਰਤੀ ਸਾਡੇ ਹਿਰਦੇ ਵਿੱਚੋਂ ਨਫ਼ਰਤ ਖਤਮ ਹੋਣੀ ਸ਼ੁਰੂ ਹੋ ਜਾਂਦੀ ਕਿ ਅਸੀਂ ਗੁਰਬਾਣੀ ਦੇ ਹਿਸਾਬ ਨਾਲ ਚੱਲ ਰਹੇ ਹਾਂ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਆ ਰਿਹਾ ਉਹ ਸਾਡਾ ਆਪਣਾ ਬੀਜਿਆ ਹੋਇਆ, ਉਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ। ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਹਰ ਇੱਕ ਸਵਾਲ ਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦਾ। ਪਰ ਉਹ ਤਾਂ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰਦੇ ਹਾਂ, ਜਦੋਂ ਅਸੀਂ ਤੁਕਾਂ ਪੜ੍ਹਦੇ ਹਾਂ, ਤਾਂ ਸਾਨੂੰ ਉਹਨਾਂ ਦੇ ਅਰਥਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਨੂੰ ਬਦਲਣਾ ਹੁੰਦਾ। ਇਹ ਸਭ ਕੁਛ ਅਸੀਂ ਆਪ ਨਹੀਂ ਕਰ ਸਕਦੇ। ਅਸੀਂ ਸਿਰਫ ਇੱਕ ਚੀਜ਼ ਕਰਨੀ ਆ, ਸਿਰਫ ਅਤੇ ਸਿਰਫ ਉਹ ਹੈਗਾ ਅਸੀਂ ਉਹਦਾ ਨਾਮ ਜਪਣਾ। ਨਾਮ ਜਪਦਿਆਂ ਜਪਦਿਆਂ ਸਾਡੀ ਉਹਦੇ ਨਾਲ ਇੱਦਾਂ ਦੀ ਪ੍ਰੀਤ ਪੈ ਜਾਂਦੀ ਆ, ਸਾਡਾ ਇੱਦਾਂ ਦਾ ਪ੍ਰੇਮ ਪੈ ਜਾਂਦਾ ਕਿ ਸਾਨੂੰ ਹੌਲੀ ਹੌਲੀ ਜਿੱਦਾਂ ਰਮਜ਼ਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਸਾਡੀ ਜ਼ਿੰਦਗੀ ਉਹਦੇ ਹਿਸਾਬ ਨਾਲ ਢਲਣੀ ਸ਼ੁਰੂ ਹੋ ਜਾਂਦੀ ਆ, ਫਿਰ ਜ਼ਿੰਦਗੀ ਸੌਖੀ ਹੁੰਦੀ ਜਾਂਦੀ ਆ। ਇੱਕ ਵੀਰ ਜੀ ਹੈਗੇ ਨੇ, ਵੀਰ ਰਘਵੀਰ ਸਿੰਘ ਵੀਰ, ਉਹਨਾਂ ਦੀਆਂ ਕਾਫੀ ਕਿਤਾਬਾਂ ਨੇ। ਉਹ ਕਿਤਾਬਾਂ ਸ਼ੁਰੂ ਦੇ ਵਿੱਚ ਸਾਨੂੰ ਬਹੁਤ ਭਰੋਸਾ ਦਿਵਾਉਂਦੀਆਂ ਨੇ, ਮਤਲਬ ਗੁਰਬਾਣੀ ਦੇ ਹਿਸਾਬ ਨਾਲ, ਤੁਕਾਂ ਦੇ ਹਿਸਾਬ ਨਾਲ ਉਹਨਾਂ ਨੇ ਭਰੋਸੇ ਦਿਵਾਏ ਨੇ ਕਿ ਗੁਰਬਾਣੀ ਸੱਚ ਆ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਨੂੰ ਮੰਨਦੇ ਹਾਂ, ਤਾਂ ਉਹ ਸਾਡੇ ਲਈ ਸੱਚ ਨੇ ਨਾ, ਉਹ ਹੈ ਵੀ ਸੱਚ ਨੇ। ਫਿਰ ਜਦੋਂ ਸਾਡੀ ਜ਼ਿੰਦਗੀ ਗੁਰਬਾਣੀ ਦੇ ਅਨੁਸਾਰ ਢਲਣੀ ਸ਼ੁਰੂ ਹੋ ਜਾਂਦੀ ਆ, ਫਿਰ ਬਹੁਤ ਜ਼ਿਆਦਾ ਸਕੂਨ ਮਿਲਦਾ। ਪਰਮਾਤਮਾ ਦੇ ਨਾਮ ਦੇ ਵਿੱਚ ਸਾਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਅਤੇ ਸਾਡੇ ਦੁੱਖ ਹੌਲੀ ਹੌਲੀ ਘੱਟ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਨੂੰ ਪਰਮਾਤਮਾ ਦੁੱਖਾਂ ਨੂੰ ਸਹਿਣ ਦੀ ਸਮਰੱਥਾ ਦਿੰਦੇ ਰਹਿੰਦੇ ਨੇ। ਤਾਂ ਸ਼ੁਰੂਆਤ ਨਾਮ ਤੋਂ ਹੈ। ਨਾਲ ਇਸ ਤਰ੍ਹਾਂ ਜਿਹੜੇ ਕੋਈ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਭਰੋਸਾ ਦਿਵਾਉਣ ਵਾਲੀਆਂ ਬਾਣੀ ਦੀਆਂ ਤੁਕਾਂ 'ਤੇ ਵਿਚਾਰਾਂ ਲਿਖੀਆਂ ਨੇ, ਉਹ ਪੜ੍ਹਨੀਆਂ ਸ਼ੁਰੂ ਕਰ ਦਿਓ। ਹੌਲੀ ਹੌਲੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਆ ਔਰ ਇੱਦਾਂ ਦਾ ਮਤਲਬ ਮਨ ਦੇ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਂਦਾ, ਆਨੰਦ ਆਉਣਾ ਸ਼ੁਰੂ ਹੋ ਜਾਂਦਾ ਕਿ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਫਿਰ ਅਸੀਂ ਹੌਲੀ ਹੌਲੀ ਸਾਰਿਆਂ ਦੇ ਵਿੱਚ ਸਾਨੂੰ ਉਸ ਪਰਮਾਤਮਾ ਦੀ ਜੋਤ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ। ਸਾਨੂੰ ਵਿਸ਼ਵਾਸ ਹੋ ਜਾਂਦਾ ਕਿ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਹੈ ਅਤੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ, ਕਿਉਂਕਿ ਹਰ ਇੱਕ ਵਿੱਚ ਪਰਮਾਤਮਾ। ਫਿਰ ਅਸੀਂ ਕਿਸੇ 'ਤੇ ਵੀ ਦੋਸ਼ ਲਾਉਣ ਤੋਂ ਵੀ ਹਟ ਜਾਂਦੇ ਹਾਂ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮਾफ़ ਕਰਨੀਆਂ ਜੀ। ਚੰਗੀ ਗੱਲ ਆਪਣੇ ਲੜ ਬੰਨਣੀ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰ ਕੀ ਬਾਣੀ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਨੇ ਜੀ। ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ਿਓ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।